जल की भीत पवन का थंबा, रक्त बूंद का गारा, हाड मास नाड़ी को पिंजर, पंखी बसे बिचारा। प्राणी क्या मेरा क्या तेरा, जैसे तरवर पंख बसेरा। रहाओ राखो कंद, उसारो नीवा, 3.5 हाथ तेरी सीमा। बंके बाल पाग सिर ढेरी, ए तन होए गो भस्म की ढेरी। ऊंचे मंदिर सुंदर नारी, राम नाम बिन बाजी हारी। मेरी जात कमीनी पांत कमीनी, ओछा जन्म हमारा। तुम शरणागत राजा रामचंद, कह रविदास चमारा। वाहिगुरु जी का खालसा, वाहिगुरु जी की फतेह। महापुरुष भगत रविदास जी जो परोपकारी हैं। बाणी विच लिखिया है, जन पर उपकारी आए, जी दान दे भगति लाइन, हर स्यों लैन मिलाए। उन्हां दे जीवन का मकसद उद्देश निशाना इहो ही हुंदा कि टुटे हुए लोकां नूं परमेश्वर नाल जोड़ना, भुले हुए लोकां नूं सीधे रस्ते पाउणा। तो भगत कबीर जी सानू संसारी लोकां नूं ਵੱਡੇ ਵੱਡੇ ਖਲੇਰੇ ਖਲੇਰਦਿਆਂ ਦੇਖ ਕੇ ਸਮਝਾਉਣ ਦਾ ਯਤਨ ਕਰਦੇ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਕਈ ਵਿਦਵਾਨਾਂ ਨੇ ਲਿਖਿਆ ਕਿ 2 ਭਰਾ ਆਪਣੀ ਜਾਇਦਾਦ ਵਾਸਤੇ ਲੜਦੇ ਭਿੜਦੇ ਰਹਿੰਦੇ ਸਨ ਤੇ ਇੱਕ ਦਿਨ ਭਗਤ ਰਵਿਦਾਸ ਜੀ ਕੋਲ ਆਏ, ਸਾਡਾ ਝਗੜਾ ਨਿਬੇੜੋ। ਅੱਜ ਸਾਰੀ ਦੁਨੀਆ ਦੇ ਅੰਦਰ ਇਹੀ ਝਗੜੇ ਚੱਲ ਰਹੇ। ਤੋ ਭਗਤ ਰਵਿਦਾਸ ਜੀ ਪ੍ਰਾਣੀ ਮਾਤਰ ਨੂੰ ਕਹਿੰਦੇ ਹਨ, ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਝਗੜਾ ਸਾਰੇ ਸੰਸਾਰ ਵਿੱਚ ਇਸੇ ਗੱਲ, ਇਹ ਮੇਰਾ ਹੈ ਇਹ ਤੇਰਾ। ਔਰ ਯਾਦ ਰੱਖੋ, ਜਦੋਂ ਤੀਕਰ ਇਹ ਮੈਂ ਮੇਰੀ ਮੁੱਕਦੀ ਨਹੀਂ, ਇਹ ਸੰਸਾਰ ਦੇ ਝਗੜੇ ਕਦੇ ਮੁੱਕ ਨਹੀਂ ਸਕਦੇ, ਕਦੇ ਸ਼ਾਂਤੀ ਹੋ ਨਹੀਂ ਸਕਦੀ, ਕਦੇ ਪਰਮਾਤਮਾ ਨਾਲ ਮੇਲ ਹੋ ਨਹੀਂ ਸਕਦਾ। ਗੁਰਬਾਣੀ ਦਾ ਫੈਸਲਾ, ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। जब मेरी मेरी मिट जाए, तब प्रभ काज सवारें आए। जिस दिन साडे अंदरों ये मैं मेरी दा झगड़ा मुक गया, परमेश्वर अपनी कला वरताए, उस घर विच सुख हो जाए। घर सुख वसिया बाहर सुख पाया, कहो नानक गुर मंत्र दृढ़ाया। तो भगत रविदास जी उन्हां 2 ਭਰਾਵਾਂ ਨੂੰ ਲੜਦਿਆਂ ਵੇਖ ਕੇ ਵੀ ਸਮਝਾਉਂਦੇ ਨੇ ਤੇ ਸਾਨੂੰ ਵੀ ਸਮਝਾਉਂਦੇ ਨੇ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਕਿਉਂ ਲੜਦੇ ਹੋ? ਕੀ ਮੇਰਾ ਤੇ ਕੀ ਤੇਰਾ। ਇਹ ਤਾਂ ਸੰਸਾਰ ਤੇ ਰਹਿਣਾ ਇਉਂ ਸਮਝੋ जैसे तरवर पंख बसेरा। तरवर कहते ने दरख्त, जैसे जिमें किसी दरख्त उत्ते पंछी का डेरा है, ये जीव भी पंछी है,
ਇਹ ਸਰੀਰ ਵੀ ਇੱਕ ਦਰਖਤ ਵਾਂਗੂ। ਯਾਦ ਰੱਖੋ, ਇਹਦੇ ਨਾਲ ਬਹੁਤੀ ਪ੍ਰੀਤ ਕਰਕੇ ਸਵਾਏ ਦੁਖੀ ਹੋਣ ਤੋਂ ਹੋਰ ਕੁਝ ਨਹੀਂ। ਮਹਾਰਾਜ ਤੇ ਇੱਕ ਗੱਲ ਸਮਝਾਉਂਦੇ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸਹਿ ਉਹ ਮਨ ਪਛਤਾਵੇ, ਜੋ ਦੀਸੈ ਸੋ ਚਾਲਣ ਹਾਰ, ਲਪਟ ਰਹੋ ਤਾਂ ਅੰਧ ਅੰਧਾਰ, ਬਟਾਊ ਸਿਉ ਜੋ ਲਾਵੇ ਨੇ, ਤਾਕੋ ਹਾਥ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਤੋ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਇਹ ਉਪਦੇਸ਼ ਸਾਰੇ ਪ੍ਰਾਣੀਆਂ ਨੂੰ ਕਰ ਰਹੇ, ਮੈਨੂੰ ਵੀ ਕਰ ਰਹੇ ਨੇ, ਤੁਹਾਨੂੰ ਵੀ ਕਰ ਰਹੇ। ਜੇ ਗੱਲ ਸਮਝ ਵਿੱਚ ਆ ਜਾਏ ਕਿ ਸੰਸਾਰ 'ਤੇ ਰਹਿਣਾ ਤੇ ਇਉਂ ਹੈ ਜਿਵੇਂ ਪੰਛੀਆਂ ਦਾ ਬਸੇਰਾ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਹੁਣ ਕਿਤਨੇ ਕੁ ਲੋਕ ਹਨ ਸਾਡੇ ਵਿੱਚੋਂ ਜਿਹੜੇ ਇਸ ਸੰਸਾਰ ਵਿੱਚ ਰਹਿਣ ਨੂੰ ਪੰਛੀਆਂ ਦਾ ਬਸੇਰਾ ਸਮਝ। ਭਾਵੇਂ ਭਗਤ ਜੀ ਨੇ ਬੜੀ ਕਿਰਪਾ ਕੀਤੀ, ਆਖਿਆ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਹੈ ਭਾਈ, ਇਹ ਸਾਡਾ ਸਰੀਰ ਜਲ ਕੀ ਭੀਤ ਪਾਣੀ ਦੀ ਕੰਧ ਵਾਂਗੂ ਹੈ। ਭਾਵ ਪਾਣੀ ਦੀ ਕੰਧ ਕਦੇ ਟਿਕਾਊ ਨਹੀਂ ਹੋਇਆ ਕਰ, ਉਹ ਤਾਂ ਟੈਂਪਰੇਰੀ ਹੈ। ਔਰ ਫਿਰ ਇਸ ਭੀਤ ਨੂੰ ਟਿਕਾਉਣ ਲਈ ਪਵਨ ਕਾ ਥੰਬਾ, ਇਹ ਜਿਹੜੇ ਸਵਾਸ ਹਨ ਇਹਨੂੰ ਪਵਨ ਕਿਹਾ। ਜਦੋਂ ਤੀਕਰ ਸਵਾਸ ਚੱਲਦੇ ਹਨ ਇਹ ਸਰੀਰ ਰੂਪੀ ਕੰਧ ਕਾਇਮ ਹੈ, ਤੇ ਜਦੋਂ ਸਵਾਸ ਬੰਦ ਹੋ ਜਾਣ ਇਹ ਉਦੋਂ ਡਿੱਗ ਪੈਂਦੇ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਹ ਰਕਤ ਬੁੰਦ ਕੀ ਹੈ? ਰਕਤ ਦਾ ਅਖਰੀ ਅਰਥ ਹੈ ਲਹੂ, ਬੁੰਦ ਦਾ ਮਤਲਬ ਹੈ ਬੂੰਦ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰ। ਮਾਤਾ ਦੇ ਖੂਨ ਤੋਂ, ਪਿਤਾ ਦੇ ਬੀਰਜ ਤੋਂ ਇਹ ਸਰੀਰ ਦਾ ਜੋ ਆਕਾਰ ਹੈ ਇਹ ਕਾਇਮ ਹੋਇਆ। ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਕਿਤਨੇ ਕੁ ਪ੍ਰਮਾਣ ਦਿੱਤੇ ਜਾਣਦਾ ਹਰ ਕੋਈ। ਔਰ ਕਿਸੇ ਨੂੰ ਅੱਜ ਸਮਝਾਉਣ ਦਾ ਯਤਨ ਕਰੋ, ਅੱਗੋਂ ਇਹ ਵੀ ਸੁਣਨਾ ਪੈਂਦਾ, ਮੈਨੂੰ ਸਭ ਪਤਾ ਹੈ, ਤੁਸੀਂ ਕੀ ਜਾਣਦੇ ਹੋ ਮੈਨੂੰ ਪਤਾ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਖੂਏ ਪਰੇ। ਅਫਸੋਸ ਤਾਂ ਇਸੇ ਗੱਲ ਦਾ ਕਿ ਹੱਥ 'ਤੇ ਦੀਵਾ ਵੀ ਰੱਖਿਆ ਹੋਇਆ ਪਰ ਫਿਰ ਖੂਹ 'ਚ ਡਿੱਗ ਰਹੇ। ਹੁਣ ਦੱਸੋ, ਜਿਹਦੇ ਹੱਥ 'ਤੇ ਦੀਵਾ ਹੋਵੇ ਤੇ ਖੂਹ ਵਿੱਚ ਛਾਲ ਮਾਰੇ, ਉਹਦਾ ਕੌਣ ਬਚਾਅ ਕਰ ਸਕਦਾ? ਕਿਵੇਂ ਬਚਾਅ ਹੋ ਸਕਦਾ? ਇਹ ਵੀ ਕਹੀ ਜਾਂਦੇ ਹਾਂ ਕਿ ਸਾਨੂੰ ਸਭ ਪਤਾ, ਪਰ ਪਤਾ ਹੁੰਦਿਆਂ ਵੀ ਫਿਰ ਵੀ ਨਹੀਂ ਪਤਾ। ਤੋ ਜਿਹੜੇ ਮਹਾਂਪੁਰਖ ਨੇ ਉਹ ਸਾਨੂੰ ਅਗਿਆਨਤਾ ਦੀ ਨੀਂਦਰ ਵਿੱਚੋਂ ਜਗਾਉਂਦੇ ਨੇ ਤੇ ਸਮਝਾਉਂਦੇ ਨੇ, ਹੇ ਪ੍ਰਾਣੀ, ਕਿਉਂ ਤੂੰ ਮੇਰੇ ਤੇਰੇ ਤੇ ਝਗੜੇ ਕਰਦਾ? ਜ਼ਰਾ ਆਪਣੀ ਅਸਲੀਅਤ ਨੂੰ ਸਮਝ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਗਾਰਾ ਲਿਪਣ ਕਰਨ ਵਾਸਤੇ ਕੀਤਾ ਜਾਂਦਾ। ਪਿਤਾ ਦੇ ਵੀਰਜ ਤੋਂ ਤੇਰੀ ਹੋਂਦ ਬਣੀ ਹੈ ਤੇ ਮਾਤਾ ਦੇ ਲਹੂ ਤੋਂ ਆ ਤੇਰਾ ਜਿਹੜਾ ਚਮੜਾ ਹੈ, ਜਿਹੜਾ ਉੱਪਰ ਲੇਪਣ ਦਿੱਤਾ ਹੋਇਆ, ਇਹ ਮਾਤਾ ਦੇ ਲਹੂ ਤੋਂ ਬਣੇ।
हाड़ मास नाड़ी को पिंजर, ये हड्डियां मास ते नाड़ियां दा पिंजर है। पंखी बसै विचारा, ये जीव रूपी पंछी ਇਹਦੇ ਵਿੱਚ ਰਹਿੰਦਾ। देखो समझाने का तरीका है, पर अज्ञानी जीव अपने शरीर से कितना हंकार करता, मैं कितना बल वाला, मैं कितना खूबसूरत हाँ, मैं किसी नूं की समझना, मैं किसी की की परवाह करना। पर जदों महापुरख समझाते हैं कमाल कर देंगे, हे प्राणी समझण का यत्न कर। जल की भीत पवन का थंबा, रक्त बूंद का गारा, हाड़ मास नाड़ी को पिंजर, पंखी बसै बिचारा। प्राणी क्या मेरा क्या तेरा। फिर रहाओ दी पंक्ति शब्द का सेंट्रल आइडिया, हे प्राणी तेरा की ते मेरा की। पर कमाल दी गल है, गुरुदेव बाणी भी समझाते हैं, ये माया बड़ी प्रबल है, इसने बड़े बड़े लोगों को ढालिया। गुरु अमरदास जी तो इत्थे तक कहते माया ममता मोहनी, जिन विन दंता जग खाया। मनमुख खादे गुरमुख उबरे, जिनी सच नाम चित लाया। ਜਿਹੜੇ गुरु की शरण में आ जाते हैं वो बच जाते, क्योंकि वो गुरु के दसे राह से चल पैंदे। आख्या ये माया इतनी प्रबल है कि जिन कीने वस अपने त्रै गुण। ये ਜਿਹੜੇ ਤਿੰਨ देवते कहे जाते हैं ना, ब्रह्मा विष्णु महेश, इन्हां नूं भी माया ने ग्रस लिया, ये भी माया के अधीन हो गए ने। इन्हां दियां कहानियां पढ़ के देखो। जिन कीने बस अपने त्रै गुण, भवन चतर संसारा। जग इशनान थाप थान खंडे, क्या जंत विचारा। बड़े बड़े धर्म मंदिर भी जाके देखो, धर्म अस्थाना भी देखो, तीर्थां ते देखो, सब जगह इस माया का डंका बज रहा। सब जगह माया पिछे लड़ाइयां हो रही ने। ये जीव बेचारा किहड़े बाग दी मूली। पर पातशाह कहते नहीं, ये छुट सकता, ये बच सकता। तुसीं आखोगे उहदा की तरीका है। प्रभ की ओट गही तो छूटो। जिवें बाहर मीह पैंदा होवे, तुसीं छत थल्ले आ जाओ, भिजनों बच जाओगे। बाहर धुप होवे कड़ाके दी, तुसीं छतरी ताण लो, कुछ ना कुछ बचाव होवेगा। आख्या प्रभ की ओट गही तो छूटो। साध प्रसाद हर 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 गाए, बिखै ब्याद तब हूटो। आख्या जदों परमात्मा दे प्यारियां दी संगत, साध का मतलब है साधु गुरु, प्रसाद कृपा नाल जदों बंदा मन करके बचन करके कर्म करके हरि दे गुण गान लगता, छुट जाता। माया उहदा कुछ नहीं बिगाड़ सकती। साध प्रसाद हर 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 गाए, बिखे ब्याद तब हूटो। ये जिहड़ियां विषय विकारां दीयां बीमारियां ने, ये रुक जांदियां, बंदा इन्हां दे प्रभाव तो बच जाता है। नहीं तो सारे संसार के अंदर देख लो, ये माया ना तो किसी को सुनाई देती, ना किसी को दिखाई देती। ऐसा चक्कर पाउंदी है, सब दे घरां विच कलेश पैदा कर। ना सुनीए ना मुख ते बकीए, ना मोह है ओ डीठी। ऐसी ठगोरी पाए भुलावे, मन सब के लागे मीठी। ऐसी ठग बूटी पलाउंदी। ਉਹੀ ਭਰਾ ਜਿਹੜੇ ਕਹਿੰਦੇ ਨੇ ਵੀਰ ਜੀ ਆਉਣਗੇ ਤੇ ਰੋਟੀ ਖਾਵਾਂਗੇ, ਤੇ ਜਦੋਂ ਮਾਇਆ ਤੇ ਚੱਕਰ ਚੱਲਦੇ ਨੇ ਫਿਰ ਆਂਦੇ ਮੇਰੇ ਭਾ ਦਾ ਤੂੰ ਮਰ ਗਿਆ, ਤੇਰੇ ਭਾ ਦਾ ਮੈਂ ਮਰ ਗਿਆ।
सब लड़ पैंदे, सब एक दूजे नूं बुरा कहन। माए बाप पूत हित भराता, उन घर कर मेलियो दूआ। किस ही वाद घाट किस ही पै, सगले लर लर मुआ। हों बलिहारी सतगुर अपने, जिन ए चलत दिखाया। गूंजी बहा जलै संसारा, भगत न व्यापै माया। संत प्रसाद महा सुख पाया, सगले बंधन काटे। आख्या जिन्हां ते फिर गुरु की किरपा हो जाए, जिन्हां नूं गुरु की गल समझ आ जाती। प्राणी क्या मेरा क्या तेरा, जैसे तरवर पंख बसेरा। वो इस जीवन नूं पंखियां दे बसेरे वांगू समझदे। वो फिर इहदे पिछे लड़ाइयां झगड़े नहीं करते। फिर भगत जी दूजे पद विच कहंदे ने, प्यारिओ ਕੰਨ ਖੋਲ ਕੇ ਸੁਣੋ। ਰਾਖੋ ਕੰਧ ਉਸਾਰੋ ਨੀਵਾਂ। ਤੁਸੀਂ ਬੜੀਆਂ ਬੜੀਆਂ ਡੂੰਘੀਆਂ ਨੀਹਾਂ ਪੱਟਦੇ ਹੋ, ਬੜੇ ਬੜੇ ਮਹਿਲ ਮਾੜੀਆਂ ਚੁਬਾਰੇ ਅਟਾਰੀਆਂ ਬਣਾਉਂਦੇ ਹੋ। ਪਰ ਯਾਦ ਰੱਖੋ, ਸਾਡੇ 3 ਹੱਥ ਤੇਰੀ ਸੀਮਾ। ਤੇਰੀ ਜਿਹੜੀ ਸੀਮਾ ਹੈ, ਹੱਦ ਹੈ, ਉਹ 3.5 ਹੱਥ ਤੋਂ ਵੱਧ ਨੇ। ਮੈਨੂੰ ਇਸ ਗੱਲ ਨੂੰ ਸਮਝਣ ਲਈ ਇੱਕ ਪੁਸਤਕ ਪੜ੍ਹ ਰਿਹਾ ਸੀ, ਅਤੇ ਉਹਦੇ ਵਿੱਚ ਇੱਕ ਸਿਰਲੇਖ ਸੀ ਕਿ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ। ਮੈਂ ਬੜੀ ਦਿਲਚਸਪੀ ਨਾਲ ਪੜ੍ਹਨਾ ਸ਼ੁਰੂ ਕਰ ਦਿੱਤਾ। ਸਿਰਲੇਖ ਸੀ ਇੱਕ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ। ਤੋ ਲਿਖਣ ਵਾਲੇ ਨੇ ਲਿਖਿਆ ਕਿ ਜਲੰਧਰ ਦੇ ਇਲਾਕੇ ਵਿੱਚ ਲੋਕਾਂ ਕੋਲ ਜ਼ਮੀਨ ਥੋੜ੍ਹੀ ਹੈ, ਇਸੇ ਲਈ ਸਭ ਤੋਂ ਜ਼ਿਆਦਾ ਲੋਕ ਬਾਹਰ ਦੁਆਬੇ ਵਿੱਚੋਂ ਗਏ। ਇੰਗਲੈਂਡ ਵਗੈਰਾ ਸਭ ਉਹੀ ਲੋਕ ਹੈ, ਕਿਉਂਕਿ ਜ਼ਮੀਨਾਂ ਥੋੜ੍ਹੀਆਂ ਸਨ। ਜੇ 4 ਭਰਾ ਸਨ ਅਤੇ ਇੱਕ ਦਾ ਵਿਆਹ ਹੁੰਦਾ ਸੀ, 2 ਦਾ 3 ਦਾ ਹੁੰਦਾ ਹੀ ਨਹੀਂ ਸੀ। ਕਿਸੇ ਨੇ ਕਿਸੇ ਬੰਦੇ ਨੂੰ ਕਿਹਾ ਵੀ ਇੱਥੇ ਤੇਰੇ ਕੋਲ 5 ਏਕੜ ਹੈ, ਜੇ ਤੂੰ ਵੇਚ ਕੇ ਭੇਵੇ ਚਲਾ ਜਾਏ ਤੇ 50 ਬਣ ਜਾਏ। ਉਹਨੇ ਸੱਚਮੁੱਚ ਇਵੇਂ ਹੀ ਕੀਤਾ। 50 ਕਿੱਲੇ ਬਣਾ ਲਏ, ਜੰਗਲ ਪੱਟ ਪੁੱਟ ਕੇ ਬਣਾ ਲਏ। ਕਿਸੇ ਨੇ ਆਖਿਆ ਜੇ ਤੂੰ ਤਰਾਈ ਦੇ ਇਲਾਕੇ ਵਿੱਚ ਚਲਾ ਜਾਏ ਨਾ, ਯੂਪੀ 'ਚ, ਤੇਰੇ 50 ਦੇ 250 ਬਣ ਜਾਣਗੇ। ਉੱਥੇ ਚਲਾ ਗਿਆ, ਫਿਰ ਵੀ ਚੈਨ ਨਹੀਂ ਆਇਆ। ਕਿਸੇ ਨੇ ਕਿਹਾ ਮੱਧ ਪ੍ਰਦੇਸ਼ ਵਿੱਚ ਜ਼ਮੀਨ ਦਾ ਮੁੱਲ ਹੀ ਕੋਈ ਨਹੀਂ, ਜਿੰਨੀ ਮਰਜ਼ੀ ਘੇਰ ਲਓ, ਬਸ ਪਿੰਡ ਦੇ ਚੌਧਰੀ ਨੂੰ ਥੋੜ੍ਹੇ ਗਿਫਟ ਦੇਣੇ ਪੈਂਦੇ। ਉੱਥੇ ਚਲਾ ਗਿਆ, ਪੁੱਛਿਆ ਬਈ ਇੱਥੇ ਜ਼ਮੀਨ ਦਾ ਕੀ ਮੁੱਲ ਹੈ? ਕਹਿੰਦੇ ਕੋਈ ਮੁੱਲ ਨਹੀਂ। ਇੱਕ ਸ਼ਰਤ ਹੈ ਸਾਡੀ, ਬਈ ਸੂਰਜ ਚੜ੍ਹਨ ਤੋਂ ਪਹਿਲਾਂ ਤੁਰ ਪੈਣਾ ਨਿਸ਼ਾਨੀ ਲਾਉਣ ਲਈ, ਅਤੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਆਉਣਾ। ਇੰਨੇ ਸਮੇਂ ਵਿੱਚ ਜਿੰਨੀ ਜ਼ਮੀਨ ਤੂੰ ਘੇਰ ਲੈ ਸਭ ਤੇਰੀ ਹੈ। ਬੜਾ ਖੁਸ਼ ਹੋਇਆ, ਲਓ ਇੰਨੀ ਜ਼ਮੀਨ। ਜਿਉਂ ਲੱਗਾ ਕਈ ਦਾ ਲੈ ਕੇ ਟੱਕ ਲਾਉਣ, ਟੱਕ ਲਾਉਂਦਾ ਲਾਉਂਦਾ ਬੜੀ ਦੂਰ ਚਲਾ ਗਿਆ। ਜਦੋਂ ਖਿਆਲ ਆਇਆ ਕਿ ਵਾਪਸ ਵੀ ਪਹੁੰਚਣਾ, ਜੇ ਸੂਰਜ ਛਿਪਣ ਤੋਂ ਪਹਿਲਾਂ ਵਾਪਸ ਨਾ ਪਹੁੰਚਿਆ ਤਾਂ ਇਹ ਸਾਰੀ ਮਿਹਨਤ ਐਵੇਂ ਚਲੀ ਜਾਏ। ਜਲਦੀ ਜਲਦੀ ਤੁਰਨ ਲੱਗਾ, ਫਿਰ ਦੌੜਨ ਲੱਗ ਗਿਆ। ਲਿਖਣ ਵਾਲਾ ਲਿਖਦਾ ਕਿ ਜਦੋਂ ਉਸ ਪੁਆਇੰਟ 'ਤੇ ਪਹੁੰਚਿਆ ਜਿੱਥੋਂ ਸ਼ੁਰੂ ਕੀਤਾ ਸੀ, ਧੜਮ ਕਰਕੇ ਡਿੱਗਾ, ਅਤੇ ਡਿੱਗਦਿਆਂ ਸਾਰ ਉਹਦੇ ਪ੍ਰਾਣ ਨਿਕਲਦੇ। ਲਿਖਣ ਵਾਲੇ ਨੇ ਨਿਚੋੜ ਕੱਢਿਆ ਕਿ ਬੰਦੇ ਨੂੰ ਇੰਨੀ ਜ਼ਮੀਨ ਚਾਹੀਦੀ। ਭਗਤ ਕਬੀਰ ਜੀ ਵੀ ਕਹਿੰਦੇ ਲੋਕ ਲੜ ਲੜ ਮਰੀ ਜਾਂਦੇ, ਪਰ ਜ਼ਮੀਨ ਕਿੰਨੀ ਚਾਹੀਦੀ? ਅਬਲੇ 3.5 ਹੱਥ, ਕਣੀ ਤਾਂ 4.25। ਜੇ ਕੋਈ ਬਹੁਤਾ ਲੰਬਾ ਹੋਵੇਗਾ ਤਾਂ ਥੋੜ੍ਹੀ ਹੋਰ 6 ਇੰਚ ਲੈ ਲਏਗਾ। ਕਹਿਣ ਦਾ ਮਤਲਬ ਅਸੀਂ ਕੀ ਕਰ ਰਹੇ? ਰਾਖੋ ਕੰਧ ਉਸਾਰੋ ਨੀਵਾਂ, 3.5 ਹੱਥ ਤੇਰੀ ਸੀਮਾ। ਇੱਥੇ ਹੀ ਬਸ ਨਹੀਂ,
ਭਗਤ ਜੀ ਨੇ ਸਾਡੀਆਂ ਹੋਰ ਆਦਤਾਂ ਦਾ ਵੀ ਜ਼ਿਕਰ ਕੀਤਾ। ਬੰਕੇ ਬਾਲ ਪਾਗ ਸਿਰ ਡੇਰੀ। ਬਾਲ ਦਾ ਮਤਲਬ ਹੈ ਕੇਸ। ਆਪਣੇ ਕੇਸਾਂ ਨੂੰ ਕਈ ਤਰ੍ਹਾਂ ਸ਼ਿੰਗਾਰਦਾ। ਬੀਬੀਆਂ ਭੈਣਾਂ ਕਈ ਤਰ੍ਹਾਂ ਸ਼ਿੰਗਾਰ ਕਰਦੀਆਂ। ਬੰਦੇ ਸਿਰ 'ਤੇ ਟੇਢੀਆਂ ਮੇਢੀਆਂ ਪੱਗਾਂ ਬੰਨ੍ਹਦੇ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਇਹ ਕਿਸੇ ਨੂੰ ਯਾਦ ਹੀ ਨਹੀਂ। ਇਹ ਸਰੀਰ ਤਾਂ ਇੱਕ ਦਿਨ ਭਸਮ ਦੀ ਢੇਰੀ ਬਣ ਜਾ। ਰੋਜ਼ ਵੇਖੀਦਾ ਉਹੀ ਬੰਦਾ ਹੁੰਦਾ, 6 ਫੁੱਟਾ ਜਵਾਨ ਹੁੰਦਾ, ਹੱਟਾ ਕੱਟਾ ਹੁੰਦਾ। ਜਦੋਂ ਮ੍ਰਿਤਕ ਹੋ ਜਾਂਦਾ ਫਿਰ ਉਹਦਾ ਸੰਸਕਾਰ ਕਰਨ ਜਾਈਦਾ। ਅਤੇ ਫਿਰ ਜਦੋਂ ਅਗਲੇ ਦਿਨ ਅੰਗੀਠਾ ਸਮੇਟਣ ਜਾਓ, ਉਹ ਕਿੰਨਾ ਕੁ ਹੁੰਦਾ, ਛੋਟੀ ਜਿਹੀ ਬੋਰੀ ਵਿੱਚ ਪੈ ਜਾਂਦਾ। ਭਗਤ ਜੀ ਆਉਂਦੇ ਨੇ, ਕਿਉਂ ਤੁਸੀਂ ਆਪਣੇ ਨਿਸ਼ਾਨੇ ਤੋਂ ਖੁੰਝਦੇ, ਕਿਉਂ ਤੁਸੀਂ ਗਲਤ ਪਾਸੇ ਲੱਗਦੇ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਆਖਿਆ ਸੋਹਣੇ ਉੱਚੇ ਮਕਾਨ ਬਣਾ ਲਏ, ਘਰ ਵਿੱਚ ਸੁੰਦਰ ਇਸਤਰੀ ਵੀ ਹੈ, ਪਰ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ। ਪਿਛਲੇ ਸ਼ਬਦ ਵਿੱਚ ਵੀ ਭਗਤ ਜੀ ਨੇ ਕਿਹਾ ਸੀ, ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਖੈ। ਰਾਜੇ ਇੰਦਰ ਸਮ ਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲਿਖ। ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ, ਪਿਆਰਿਓ, ਜੇ ਤੁਸੀਂ ਸਲੇਟ ਉੱਤੇ ਸਲੇਟੀ ਨਾਲ ਸਿਫਰ ਦੇ ਨਿਸ਼ਾਨ ਪਾਓ, 1 2 4 5 ਜਿੰਨੇ ਮਰਜ਼ੀ ਪਾਓ, ਕਿਸੇ ਪੜ੍ਹੇ ਜਾਂ ਅਨਪੜ੍ਹੇ ਨੂੰ ਪੁੱਛੋ ਕੀ ਲਿਖਿਆ ਹੈ, ਉਹ ਕਹੇਗਾ 0 ਲਿਖੀਆਂ। ਪਰ ਜੇ ਉਹਦੇ ਖੱਬੇ ਪਾਸੇ ਏਕਾ ਪਾਓ, ਫਿਰ ਹਰ 0 ਦੀ ਕੀਮਤ 10 ਗੁਣਾ ਹੋ ਜਾਏ। ਬਸ ਭਗਤ ਜੀ ਇਹ ਸਮਝਾਉਣਾ ਚਾਹੁੰਦੇ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਜੇ ਜੀਵਨ ਦੇ ਅੰਦਰ ਰਾਮ ਦੇ ਨਾਮ ਦਾ ਸਿਮਰਨ ਏਕਾ ਨਹੀਂ ਲਾਇਆ, ਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ। ਇਸ ਯਤਨ ਵਿੱਚ ਲੱਗ, ਭਵਜਲ ਤਰਨ ਕੈ ਸਰੰਜਾਮ ਲਾਗ। ਭਵਜਲ ਤਰਨ ਕੈ ਜਨਮ ਬਿਰਥਾ ਜਾਤ, ਰੰਗ ਮਾਇਆ ਕੈ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਮੇਰੀ ਜਾਤ ਕਮੀਨੀ ਪਾਂਤ ਕਮੀਨੀ, ओछा जन्म हमारा। कितनी भगत रविदास जी विच निमरता है। असी किन्ने हंकारी हाँ। अपनिया जातां दी गल, बरादरियां दी गल, बड़े बड़े घरां दी गल कर। भगत जी कहते नहीं, हे प्रभु मेरी तो जात भी नीवी है, मेरी तो बरादरी भी नीवी है, मेरा तो जन्म भी ओछे घर विच होया। मेरी तुहाडे चरनां विच बेनती है, तुम शरनागत राजा रामचंद कह रविदास चमारा। भगत रविदास जी कहते मैं चमार हाँ, मैं तो चमड़े का काम करदा। हे मेरे राजा, हे मेरे सब जगह रमे राम परमात्मा, हे चंद्रमा रूपी ठंड देने वाले वाहिगुरु, मेरी तुहाडे चरनां विच बेनती है, मैं तुहाडी शरण विच आया, मैनू बचा लो। देखो भगतां दे बोलों विच कितना ज्ञान है। असी मत्था भी टेकते हैं, रमाले भी चढ़ाने हैं, पर बाणी दी विचार नहीं करते। जे विचार कर लईए समझ आ जाए। वाहिगुरु जी का खालसा, वाहिगुरु जी की फतेह।